ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਨੇਹ ਮਲਹੋਤਰਾ ਕੈਨੇਡਾ ਤੋਂ ਹਾਂ। ਬਲੈਸਿੰਗਸ ਟੀਮ ਦੇ ਵੱਲੋਂ ਮੈਂ ਸੀ ਅਰੁਣਾ ਜੀ ਦੀ ਅੰਗਰੇਜ਼ੀ ਵਿੱਚ ਲਿਖੀ ਕਿਤਾਬ ਮੈਸੇजेस ਫਰੋਮ 40 ਮਾਸਟਰਸ ਨੂੰ ਪੰਜਾਬੀ ਵਿੱਚ ਟਰਾਂਸਲੇਟ ਕਰ ਰਹੀ ਹਾਂ। ਅੱਜ ਅਸ਼ਵਥਾਮਾ ਜੀ ਦਾ ਮੈਸੇਜ ਅੱਗੇ ਹੋਰ ਸੁਣਾਂਗੇ। ਜਦ ਅਰੁਣਾ ਜੀ ਨੇ ਸਵਾਲ ਕੀਤਾ ਕਿ ਤੁਸੀਂ ਮੇਰੇ ਸਾਰੇ ਡਾਊਟ ਕਲੀਅਰ ਕਰੋ, ਅਸ਼ਵਥਾਮਾ ਜੀ ਨੇ ਅੱਗੇ ਕਿਹਾ, ਜਦ ਮੈਂ ਕਰੈਕਟ ਪਾਥ ਦੀ ਗੱਲ ਕਰ ਰਿਹਾ ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਗਲਤ ਰਾਹ ਵੀ ਹੈਗੀ। ਇੱਥੇ ਸਿਰਫ ਫਾਰਵਰਡ ਅਤੇ ਬੈਕਵਰਡ ਜਰਨੀ ਹੈ। ਸਦਾ ਅੱਗੇ ਜਾਣ ਦਾ ਮਾਰਗ ਚੁਣਨਾ ਹੈ। ਕਦੀ ਵੀ ਕੋਈ ਬੁਰੀ ਲੱਤ ਨਾ ਲਾ ਲਈਓ ਜੋ ਤੁਹਾਡੀ ਪ੍ਰਗਤੀ ਦੇ ਮਾਰਗ ਦਾ ਰੋੜਾ ਬਣ ਜਾਵੇ। ਮਤਲਬ ਤੁਸੀਂ ਆਪਣੇ ਆਪ ਨੂੰ ਖੋਲ੍ਹੋ, ਆਪਣੀ ਜਾਗਰੂਕਤਾ, ਆਪਣੀ ਸੋਚ ਨੂੰ ਇੰਨਾ ਵਧਾਓ ਕਿ ਤੁਸੀਂ ਆਪਣੇ ਸਾਹ ਨੂੰ ਓਬਜ਼ਰਵ ਕਰਦੇ ਕਰਦੇ 10 ਨਵੀਆਂ ਆਦਤਾਂ ਨੂੰ ਵੀ ਪਾ ਲਓ, ਜਿਵੇਂ ਆਪਣੇ ਨਿਆਣਿਆਂ ਦੀ ਗੱਲ ਨੂੰ ਸੁਣਨਾ, ਸਮਝਣਾ, ਗੁਆਂਢੀਆਂ ਦੇ ਨਾਲ ਭਾਈਚਾਰਾ ਵਧਾਉਣਾ, ਧਿਆਨ ਵਿੱਚ ਤੁਸੀਂ ਆਪਣੇ ਗੁਰੂਆਂ ਨਾਲ ਗੱਲ ਕਰਨਾ ਅਤੇ ਆਪਣੇ ਸਰੀਰ ਵਿੱਚ ਅੱਛੇ ਬੁਰੇ ਸੋਚ ਵਿਚਾਰਾਂ ਨਾਲ ਹੋਣ ਵਾਲੇ ਪਰਿਵਰਤਨ ਨੂੰ ਸਮਝਣਾ। ਅੱਜ ਦੇ ਮੁਕਾਬਲੇ ਕੱਲ੍ਹ ਤੁਸੀਂ ਧਿਆਨ ਦੇ ਅਗਲੇ ਮੁਕਾਮ 'ਤੇ ਪਹੁੰਚਣ ਦੀ ਕੋਸ਼ਿਸ਼ ਹਮੇਸ਼ਾ ਕਰਦੇ ਰਹੋ, ਜਿਵੇਂ ਧਿਆਨ ਵਿੱਚ ਕੋਈ ਵਿਜ਼ਨ ਹੋਣਾ ਜਾਂ ਹੋਰ ਵੀ ਕੋਈ ਅਨੁਭਵ ਹੋਣਾ। ਮਤਲਬ ਹਮੇਸ਼ਾ ਅੱਗੇ ਅੱਗੇ ਵੱਧਦੇ ਰਹੋ, ਇੱਕ ਜਗ੍ਹਾ 'ਤੇ ਰੁਕਣਾ ਨਹੀਂ। ਇਹੀ ਮੈਂ ਸਿੱਖਿਆ ਹੈ। ਆਪਣੇ ਆਪ ਦਾ ਵਿਸਤਾਰ ਕਰੋ, ਬੱਝ ਕੇ ਨਹੀਂ ਰਹਿਣਾ। ਚੌਥੀ ਗੱਲ ਉਹਨਾਂ ਨੇ ਕਹੀ ਕਿ ਆਪਣੇ ਇਸ ਭੌਤਿਕ ਸਰੀਰ ਵਿੱਚ ਤੁਸੀਂ ਹਰ ਵੇਲੇ ਹਰ ਲੈਵਲ ਵਿੱਚ ਆਪਣੇ ਮਾਸਟਰ ਪਤਰੀ ਜੀ ਦੇ ਨਾਲ ਅਤੇ JMH ਜਸਟਿਨ ਮੋਵਰਡ ਹੇਗ ਨੂੰ ਕਦੇ ਨਹੀਂ ਛੱਡਣਾ। ਯਾਦ ਰੱਖੋ, ਜਿੰਨਾ ਬੜਾ ਵੱਡਾ ਗੁਰੂ ਹੋਏਗਾ ਉਨਾ ਸਰਲ ਅਤੇ ਸਿੰਪਲ ਉਹ ਦਿਸਣ ਵਿੱਚ ਹੋਏਗਾ। ਮੇਰੀ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਅਤੇ ਦੇਖੋ ਤੁਸੀਂ ਕਿਵੇਂ ਪ੍ਰਗਤੀ ਕਰਦੇ ਰਹਿੰਦੇ ਹੋ। ਉਹਨਾਂ ਕੋਲੋਂ ਅਗਲਾ ਸਵਾਲ ਪੁੱਛਿਆ ਗਿਆ, ਸਰ ਸਾਨੂੰ ਦੱਸੋ ਧਿਆਨ ਕੀ ਹੈ? ਸਾਡੇ ਮੁਕਾਬਲੇ ਧਿਆਨ ਵਿੱਚ ਤੁਹਾਨੂੰ ਕੀ ਅਨੁਭਵ ਹੋਏ? ਅਸ਼ਵਥਾਮਾ ਜੀ ਨੇ ਕਿਹਾ, ਮੇਰੇ ਗੁਰੂ ਨੇ ਮੈਨੂੰ ਵੀ ਤੁਹਾਡੇ ਵਾਂਗ ਆਪਣੀ ਸਾਹ ਨੂੰ ਓਬਜ਼ਰਵ ਕਰਨਾ ਸਿਖਾਇਆ ਧਿਆਨ ਵਿੱਚ। ਲੇਕਿਨ ਅਰੁਣਾ, ਮੈਨੂੰ ਸ਼ੁਰੂ ਦੇ ਦਿਨਾਂ ਵਿੱਚ ਤੁਹਾਡੇ ਵਾਂਗ ਕਦੀ ਕੋਈ ਅਨੁਭਵ ਨਹੀਂ ਹੋਏ, ਜਿਵੇਂ ਤੁਹਾਡੇ ਹਸਬੈਂਡ ਨੂੰ ਨਹੀਂ ਹੋਏ ਉਸੇ ਤਰ੍ਹਾਂ। 5 ਸਾਲਾਂ ਬਾਅਦ ਮੈਨੂੰ ਪਹਿਲੀ ਵਾਰੀ ਸੁਨਹਿਰੇ ਰੰਗ ਦਾ ਪ੍ਰਕਾਸ਼ ਦਿਸਿਆ। ਉਹਦੇ ਬਾਅਦ ਹੌਲੀ ਹੌਲੀ ਮੈਨੂੰ ਗੁਰੂ ਦਿਸਣ ਲੱਗੇ। ਕਈ ਸਾਰੀ ਜਗ੍ਹਾ ਵੱਖਰੀ ਦਿਸਣ ਲੱਗੀ ਅਤੇ ਉਹਦੇ ਬਾਅਦ ਹਰ ਰੋਜ਼ ਇੱਕ ਨਾ ਇੱਕ ਅਨੁਭਵ ਹੋਣ ਲੱਗੇ। ਇਹ ਮੇਰੇ ਧਿਆਨ ਦਾ ਅਨੁਭਵ ਸੀਗਾ, ਜੋ ਤੁਹਾਡੇ ਅਨੁਭਵਾਂ ਤੋਂ ਬਿਲਕੁਲ ਵੀ ਵੱਖਰਾ ਨਹੀਂ ਹੈ। ਅਗਲਾ ਸਵਾਲ ਕੀਤਾ ਗਿਆ, ਜ਼ਿੰਦਗੀ ਦਾ ਮਕਸਦ ਅਤੇ ਆਤਮਾ ਦੀ ਉન્નਤੀ ਵਿੱਚ ਕੀ ਫਰਕ ਹੈਗਾ? ਇਹਨੂੰ ਕਿਸ ਤਰ੍ਹਾਂ ਕੀਤਾ ਜਾਏ? ਵਾਟ ਇਜ਼ ਦ ਡਿਫਰੈਂਸ ਬਿਟਵੀਨ ਪਰਪਸ ਆਫ ਲਾਈਫ ਐਂਡ ਸੈਲਫ ਗਰੋਥ? ਅਸ਼ਵਥਾਮਾ ਜੀ ਨੇ ਦੱਸਿਆ, ਦੋਨੋਂ ਚੀਜ਼ਾਂ ਇੱਕ ਦੂਜੇ ਨਾਲ ਜੁੜੀ ਹੋਈ ਹਨ। ਪਰਪਸ ਆਫ ਲਾਈਫ ਮਤਲਬ ਤੁਸੀਂ ਜੋ ਡਿਜ਼ਾਈਨ ਚੁਣਿਆ ਹੈ ਆਪਣੀ ਜ਼ਿੰਦਗੀ ਦਾ, ਅਤੇ ਸੈਲਫ ਗਰੋਥ ਜਮ੍ਹਾਂ ਖਾਤਾ ਹੈ ਤੁਹਾਡੇ ਸਾਰੇ ਪਿਛਲੇ ਜਨਮਾਂ ਦਾ, ਉੱਥੋਂ ਲਏ ਗਿਆਨ ਦਾ ਅਤੇ ਸਬਕ ਜਿਹੜੇ ਤੁਸੀਂ ਲਏ ਨੇ ਉਹਦਾ। ਦੂਜਾ ਪਹਿਲੂ ਹੈ ਕਿ ਜ਼ਿੰਦਗੀ ਦਾ ਮਕਸਦ ਮੀਨਸ ਪਰਪਸ ਆਫ ਲਾਈਫ ਤੁਹਾਨੂੰ ਇਸ ਜਨਮ ਦੀ ਪਰੇਸ਼ਾਨੀਆਂ, ਚੁਣੌਤੀਆਂ ਅਤੇ ਕੀ ਕਰਨ ਤੁਸੀਂ ਆਏ ਹੋ, ਇਹ ਗੱਲ ਸਮਝ ਆਉਂਦੀ ਹੈ। ਅਤੇ ਸੈਲਫ ਗਰੋਥ ਇਹੀ ਹੈ ਕਿ ਤੁਸੀਂ ਆਪਣਾ ਗਿਆਨ ਵਧਾ ਕਰ ਆਪਣੀ ਜ਼ਿੰਦਗੀ ਦਾ ਮਕਸਦ ਪੂਰਾ ਕਰੋ। ਪਰਪਸ ਆਫ ਲਾਈਫ ਨੂੰ ਸਮਝਣ ਦਾ ਤਰੀਕਾ ਬੜਾ ਆਸਾਨ ਹੈ, ਲੇਕਿਨ ਤੁਹਾਡੀ ਸੈਲਫ ਗਰੋਥ ਕਿੰਨੀ ਹੋਈ ਹੈ ਇਹਨੂੰ ਸਮਝਣਾ ਬੜਾ ਵੱਡਾ ਕੰਮ ਹੈ। ਅਧਿਆਤਮ ਵਿੱਚ ਪ੍ਰਗਤੀ ਨੂੰ ਨਾਪਣ ਵਾਸਤੇ ਕੋਈ ਸਕੇਲ ਅਤੇ ਪੈਮਾਨਾ ਨਹੀਂ ਹੈਗਾ। ਉਹਨਾਂ ਨੇ ਅਰੁਣਾ ਜੀ ਦੇ ਹਸਬੈਂਡ ਨੂੰ ਕਿਹਾ, ਸਰ ਤੁਸੀਂ ਦੱਸੋ ਕਿ ਤੁਸੀਂ ਆਪਣੀ ਕਿੰਨੀ ਪ੍ਰਗਤੀ ਕੀਤੀ ਹੈ ਅਧਿਆਤਮ ਵਿੱਚ? ਕਿਆ ਤੁਹਾਨੂੰ ਨਹੀਂ ਪਤਾ? ਬਸ ਆਪਣੇ ਅੰਦਰ ਆਪ ਛਾਤੀ ਮਾਰੋ ਅਤੇ ਦੇਖੋ ਕਿ ਅੱਜ ਦੀ ਤਾਰੀਖ ਵਿੱਚ ਤੁਹਾਨੂੰ ਕਿੰਨੀ ਸਮਝ ਹੈ। ਸੈਲਫ ਗਰੋਥ ਹੋਰ ਕੁਝ ਵੀ ਨਹੀਂ, ਬਸ ਤੁਹਾਡੀ ਸੋਚਣ ਸਮਝਣ ਦੀ ਕਾਬਲੀਅਤ ਦਾ ਵਿਕਾਸ ਹੋਣਾ ਹੀ ਹੈ। ਸਵਾਲ ਪੁੱਛਿਆ ਗਿਆ ਉਹਨਾਂ ਕੋਲੋਂ, ਤੁਹਾਡਾ ਅਧਿਆਤਮ ਵਿੱਚ ਰੁਝਾਨ ਅਸ਼ਵਥਾਮਾ ਦੇ ਰੂਪ ਵਿੱਚ ਜਨਮ ਲੈਣ ਨਾਲ ਹੋਇਆ ਕਿ ਉਸ ਤੋਂ ਪਹਿਲਾਂ ਦੇ ਜਨਮਾਂ ਵਿੱਚ ਹੋਇਆ? ਅਸ਼ਵਥਾਮਾ ਜੀ ਨੇ ਦੱਸਿਆ ਕਿ ਮੇਰੀ ਅਧਿਆਤਮਕ ਯਾਤਰਾ ਇਸ ਤੋਂ ਪਿਛਲੇ 2 ਜਨਮਾਂ ਤੋਂ ਸ਼ੁਰੂ ਹੋ ਗਈ ਸੀ। ਹਾਲਾਂਕਿ ਮੈਂ ਅਧਿਆਤਮ ਨੂੰ ਇੰਨਾ ਸੀਰੀਅਸਲੀ ਨਹੀਂ ਲਿਆ। ਉਸ ਵੇਲੇ ਮੇਰੇ ਜਨਮ ਲੈਣ ਦਾ ਮਕਸਦ ਤੁਹਾਡੇ ਤੋਂ ਥੋੜ੍ਹਾ ਵੱਖਰਾ ਸੀਗਾ। ਮੈਂ ਜਨਮ ਲਿਆ ਸੀ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਜੀਆ ਜਾਂਦਾ ਬਗੈਰ ਅਧਿਆਤਮ ਗਿਆਨ ਦੇ।
ਬਸ ਸਿਰਫ ਸਾਧਾਰਨ ਇਨਸਾਨ ਦੀ ਜ਼ਿੰਦਗੀ ਜੀਣ ਵਾਸਤੇ ਜਨਮ ਲਿਆ ਸੀ। ਹਾਂ, ਮੈਂ ਵੀ ਕੁਝ ਜਨਮਾਂ ਨੂੰ ਵਿਅਰਥ ਗਵਾਇਆ ਹੈ, ਜਿੱਥੇ ਮੈਨੂੰ ਪਤਾ ਹੀ ਨਹੀਂ ਸੀ ਕਿ ਮੈਂ ਕਿਉਂ ਆਇਆ ਧਰਤੀ 'ਚ। ਲੇਕਿਨ ਮੈਂ ਜੋ ਕੁਝ ਵੀ ਸਿੱਖਿਆ, ਕ੍ਰਿਸ਼ਨਾ ਤੋਂ ਸਿੱਖਿਆ, ਜੋ ਮੇਰੇ ਨਾਲ ਹਮੇਸ਼ਾ ਭੇਸ ਬਦਲ ਕਰ ਗੁਰੂ ਦੇ ਰੂਪ ਵਿੱਚ ਮੈਨੂੰ ਗਿਆਨ ਦਿੰਦੇ ਸੀ। ਇਸ ਤਰ੍ਹਾਂ ਮੇਰਾ ਪਰਿਵਰਤਨ ਹੋਇਆ ਅਤੇ ਮੈਂ ਚਿਰੰਜੀਵੀ ਬਣਿਆ। ਇੱਕ ਅਖੀਰਲਾ ਸਵਾਲ ਸੀ। ਉਸ ਵੇਲੇ ਰਾਤ ਦੇ 9:15 ਹੋ ਰਹੇ ਸੀਗੇ। ਅਰੁਣਾ ਜੀ ਦੇ ਹਸਬੈਂਡ ਨੇ ਪੁੱਛਿਆ ਕਿ ਤੁਸੀਂ ਸਾਨੂੰ ਦੱਸੋ ਕਿ ਅਸੀਂ ਤੁਹਾਡੇ ਵਾਕਨ ਕਿਵੇਂ ਬਣ ਸਕਦੇ ਹਾਂ। ਜਵਾਬ ਵਿੱਚ ਅਸ਼ਵਥਾਮਾ ਜੀ ਨੇ ਹੱਸ ਕੇ ਕਿਹਾ, ਕੀ ਮਜ਼ਾਕ ਕਰਦੇ ਹੋ ਮੂਰਤੀ ਸਾਹਿਬ, ਤੁਹਾਡੇ ਗੁਰੂ ਜਿਹੜੇ ਪੱਤਰੀ ਜੀ ਨੇ ਤੁਹਾਨੂੰ ਪਹਿਲਾਂ ਹੀ ਮੇਰੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਪਏ ਨੇ। ਉਹ ਬਹੁਤ ਵੱਡੇ ਗੁਰੂ ਨੇ ਜਿਹਨੂੰ ਵਿਰਲੇ ਹੀ ਪਛਾਣ ਸਕਦੇ ਨੇ। ਤੁਸੀਂ ਹੈਰਾਨ ਰਹਿ ਜਾਓਗੇ ਉਹਨਾਂ ਦੀ ਲੋਕਾਂ ਦੀ ਮਦਦ ਕਰਨ ਦੀ ਦਿਲੀ ਇੱਛਾ ਨੂੰ ਦੇਖ ਕਰ। ਹਮੇਸ਼ਾ ਕੋਸ਼ਿਸ਼ ਕਰੋ ਉਹਨਾਂ ਦੀ ਛਤਰ ਛਾਇਆ ਵਿੱਚ ਰਹਿਣ ਦੀ ਅਤੇ ਉਹਨਾਂ ਦੀ ਬਖਸ਼ਿਸ਼ ਮਿਲਣ ਦਾ ਕਦੀ ਕੋਈ ਮੌਕਾ ਨਾ ਛੱਡੋ। ਜਸਟ ਕੀਪ ਇਨ ਮਾਈਂਡ ਟੂ ਮੇਕ ਹੈ ਵਿਦ ਦ ਸਨਸ਼ਾਈਨਸ। ਉਹ ਕੁਝ ਵੀ ਕਰ ਸਕਦੇ ਨੇ, ਬਸ ਨਾ ਲਓ ਔਰ ਕੰਮ ਹੋ ਜਾਏਗਾ। ਉਹਨਾਂ ਦੇ ਕੋਲ ਇੰਨੀ ਸਿੱਧੀਆਂ ਨੇ। ਨਹੀਂ ਤੇ ਕੌਣ ਆਪਣੇ ਅਨੁਆਈਆਂ ਨੂੰ, ਚੇਲਿਆਂ ਨੂੰ ਮਾਸਟਰ ਕਹਿੰਦਾ ਹੈ। ਤੇ ਦੋਸਤੋ, ਅੱਜ ਵਾਸਤੇ ਇੰਨਾ ਹੀ। ਧੰਨਵਾਦ।